ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 185 ਤੋਂ ਲੈ ਕੇ 187 ਤੱਕ ਸਵਾਇਵਾਨ ਬਾਣੀ ਤੇ ਵਿਚਾਰ ਕਰਦੇ ਹਾਂ ਜੀ। ਪੰਚਮ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਜੀ। ਅੱਜ ਸ਼ੁਰੂ ਹੋ ਰਹੇ ਨੇ ਚੌਪਦੇ ਤੇ ਰਾਗ ਗੌੜੀ ਗੁਆਰੇਰੀ ਹੈ ਜੀ। ਆਓ ਜੀ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ। ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਚੌਪਦੇ ਦੋਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੋ ਪਰਾਇਓ ਸੋਈ ਆਪਣਾ, ਜੋ ਤਜ ਛੋੜਨ ਤਿਸ ਸਿਉ ਮਨ ਰਚਨਾ। ਕਹੋ ਗੁਸਾਈ ਮਿਲੀਐ ਕਿਹੇ, ਜੋ ਬਿਵਰਜਤ ਤਿਸ ਸਿਉ ਨਿਹ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੀ ਚੀਜ਼ ਪਰਾਈ ਹੋ ਜਾਣੀ ਆ ਉਹਨੂੰ ਜੀਵ ਆਪਣੀ ਮੰਨੀ ਬੈਠਾ, ਤੇ ਜਿਹੜੀ ਛੱਡ ਜਾਣੀ ਆ ਉਹਦੇ ਵਿੱਚ ਹੀ ਜੀਵ ਦਾ ਮਨ ਜ਼ਿਆਦਾ ਰਚਦਾ। ਇਹ ਕਿਸ ਤਰ੍ਹਾਂ, ਜਿਹੜਾ ਧਨ ਮਾਲ ਆ ਉਹ ਇੱਥੇ ਹੀ ਰਹਿ ਜਾਣਾ, ਪਰ ਜੀਵ ਦਾ ਮਨ ਉਸ ਜਿਹੜਾ ਪਦਾਰਥਕ ਧਨ ਨੇ, ਮਾਲ ਆ, ਜਿਹੜੀਆਂ ਇੱਦਾਂ ਪਦਾਰਥਿਕ ਚੀਜ਼ਾਂ ਨੇ, ਉਹਦੇ ਵਿੱਚ ਜੀਵ ਦੀ ਰੁਚੀ ਜ਼ਿਆਦਾ। ਧਨ ਮਾਲ ਇਕੱਠਾ ਕਰਦਾ, ਮਾਇਆ, ਇਹ ਸਭ ਕੁਝ ਇੱਥੇ ਹੀ ਰਹਿ ਜਾਣਾ ਕਹਿੰਦੇ, ਪਰ ਜੀਵ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ। ਫਿਰ ਕਹਿੰਦੇ ਜਿਸ ਚੀਜ਼ ਨੂੰ ਇਹ ਹੈਗਾ ਕਿ ਵੀ ਮਨਾਹੀ ਆ, ਵੀ ਇਸ ਨੂੰ ਜ਼ਿਆਦਾ ਪਿਆਰ ਨਾ ਕਰੋ, ਮਾਇਆ 'ਚ ਨਾ ਪਿਆਰ ਪਾਓ, ਮੋਹ ਨਾ ਪਾਓ, ਤੇ ਉਹਦੇ ਵਿੱਚ ਹੀ ਜੀਵ ਜ਼ਿਆਦਾ ਮੋਹ ਪਾਉਂਦਾ। ਤੇ ਫਿਰ ਕਹਿੰਦੇ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ। ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗੇ ਨਾ ਰਾਤੀ। ਝੂਠ ਬਾਤ ਸਾ ਸੱਚ ਕਰ ਜਾਤੀ, ਜਿਹੜਾ ਤਾਂ ਕਹਿੰਦੇ ਵੀ ਹੈਗਾ ਜੀਵ ਦਾ ਸਰੀਰ ਹੈ ਨਾ, ਵੀ ਉਹ ਝੂਠਾ ਹੈਗਾ, ਉਹਨੂੰ ਇਹ ਸੱਚਾ ਮੰਨੀ ਜਾਂਦਾ। ਜਿਹੜੀ ਹੈਗੀ ਆ ਮੌਤ, ਉਹ ਸੱਚ ਹੈਗੀ ਆ, ਉਹਦੇ ਬਾਰੇ ਇਹਦੇ ਮਨ 'ਚ ਖਿਆਲ ਨਹੀਂ ਆਉਂਦਾ ਹੈਗਾ ਬਿਲਕੁਲ ਵੀ ਨਾ, ਉਹਨੂੰ ਨਹੀਂ ਯਾਦ ਰੱਖਦਾ ਹੈਗਾ। ਬਾਵੈ ਮਾਰਗ ਟੇਢਾ ਚਲਣਾ, ਸੀਧਾ ਛੋੜ ਅਪੂਠਾ ਬੁਨਣਾ। ਕਹਿੰਦੇ ਜੀਵਨ ਦੇ ਜਿਵੇਂ ਟੇਢੇ ਰਸਤੇ 'ਤੇ ਪਿਆ ਹੋਇਆ, ਜਿਹੜੀ ਜੀਵਨ ਦੀ ਤਾਣੀ ਆ ਉਹਨੂੰ ਕਹਿੰਦੇ ਸਿੱਧੀ ਨਹੀਂ ਬੁਣ ਰਿਹਾ, ਉਹਨੂੰ ਪੁੱਠੀ ਬੁਣ ਰਿਹਾ। ਜੋ ਹੋਣਾ ਉਹਨੂੰ ਸੱਚ ਨਹੀਂ ਜਾਣਦਾ, ਜੋ ਝੂਠ ਆ ਉਹਨੂੰ ਸੱਚ ਕਰਕੇ ਜਾਣਦਾ, ਜੀਵਨ ਨੂੰ ਸੁਪਨਾ ਨਹੀਂ ਮੰਨਦਾ ਹੈਗਾ। ਦੁਹਾਂ ਸਿਰਿਆਂ ਕਾ ਖਸਮ ਪ੍ਰਭ ਸੋਈ, ਜਿਸ ਮੇਲੇ ਨਾਨਕ ਸੋ ਮੁਕਤਾ ਹੋਈ। ਫਿਰ ਕਹਿੰਦੇ ਵੀ ਜੀਵ ਦੇ ਵੀ ਕੀ ਵਾਸਾ, ਵੀ ਪਰਮਾਤਮਾ ਦੇ ਹੱਥ ਵਾਸਾ, ਵੀ ਜੀ ਸਿੱਧੇ ਪਾਸੇ ਵੀ ਜੀਵ ਨੂੰ ਪਰਮਾਤਮਾ ਹੀ ਪਾਉਂਦਾ, ਤੇ ਪੁੱਠੇ ਪਾਸੇ ਵੀ ਪਰਮਾਤਮਾ ਹੀ ਪਾਉਂਦਾ, ਵੀ ਜੀਵ ਦੇ ਵੀ ਕੀ ਹੱਥ ਵਾਸਾ। ਫਿਰ ਕਹਿੰਦੇ ਵੀ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ, ਜਿਸ ਜੀਵ ਨੂੰ ਪਰਮਾਤਮਾ ਆਪ ਹੀ ਕਿਰਪਾ ਕਰਕੇ ਆਪ ਦੇ ਨਾਲ ਮਿਲਾਉਂਦੇ ਨੇ, ਫਿਰ ਉਹਦਾ ਹੀ ਵਿਕਾਰਾਂ ਤੋਂ ਛੁਟਕਾਰਾ ਹੁੰਦਾ, ਮਾਇਆ ਤੋਂ ਛੁਟਕਾਰਾ ਹੁੰਦਾ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਲਯੁਗ ਮਹਿ ਮਿਲ ਆਏ ਸੰਜੋਗ, ਜਿਚਰ ਆਗਿਆ ਤਿਚਰ ਭੋਗੈ ਭੋਗ। ਜਲੇ ਨ ਪਾਈਐ ਰਾਮ ਸਨੇਹੀ, ਕਿਰਤ ਸੰਜੋਗ ਸਤੀ ਉਠ ਹੋਈ ਰਹਾਓ। ਕਹਿੰਦੇ ਇਸ ਯੁੱਗ ਦੇ ਵਿੱਚ ਜਿਸ ਤਰ੍ਹਾਂ ਜੀਵਾਂ ਦੇ ਪੁਰਾਣੇ ਸੰਜੋਗ ਨੇ, ਉਸ ਹਿਸਾਬ ਨਾਲ ਉਹਨਾਂ ਦੇ ਜਨਮ ਹੋਏ ਨੇ, ਤੇ ਜਿੰਨਾ ਚਿਰ ਉਹਨਾਂ ਨੂੰ ਵਕਤ ਮਿਲਿਆ ਇਸ ਸੰਸਾਰ ਵਿੱਚ ਕੱਟਣ ਦਾ, ਓਨੀ ਦੇਰ ਉਹ ਪਦਾਰਥਕ ਭੋਗ ਭੋਗ ਰਹੇ ਨੇ। ਕਹਿੰਦੇ ਜੇ ਕੋਈ ਕਹੇ ਕਿ ਹਠ ਕਰਕੇ ਆਪਣੇ ਸਰੀਰ ਨਾਲ ਕੋਈ ਜ਼ਿਆਦਾ, ਵੀ ਜਲੇ ਨਾ ਪਾਈਏ ਰਾਮ ਸਨੇਹੀ, ਹਠ ਕਰਕੇ ਆਪਣੇ ਸਰੀਰ ਨੂੰ ਦੁੱਖ ਦਿੰਦੇ ਨੇ, ਇਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਕਹਿੰਦੇ ਸੰਜੋਗਾਂ ਦੇ, ਪੁਰਾਣੇ ਸੰਜੋਗਾਂ ਦੇ, ਪੁਰਾਣੀ ਕਿਰਤ ਦੇ ਹਿਸਾਬ ਨਾਲ ਹੀ ਕੋਈ
ਇਸਤਰੀ ਇਸ ਜੀਵਨ ਦੇ ਵਿੱਚ ਸਤੀ ਵੀ ਹੋ ਜਾਂਦੀ ਹੈ, ਜਿਸ ਤਰ੍ਹਾਂ ਅੱਗੇ ਸਤੀ ਦੀ ਪ੍ਰਥਾ ਪਿੱਛੇ ਚੱਲਦੀ ਰਹੀ ਹੈ। ਦੇਖਾ ਦੇਖੀ ਮਨ ਹਠ ਜਲ ਜਾਈਐ, ਪ੍ਰਿਯ ਸੰਗ ਨਾ ਪਾਵੈ ਬਹੁ ਜੋਨ ਪਵਾਈਐ। ਕਹਿੰਦੇ ਜਿਸ ਤਰ੍ਹਾਂ ਅੱਗੇ ਪਿੱਛੇ ਮਤਲਬ ਹੁਣ ਦੇ ਟਾਈਮ 'ਤੇ ਨਹੀਂ ਹੈਗਾ, ਜਦੋਂ ਗੁਰੂ ਸਾਹਿਬਾਨ ਹੋਏ ਸੀ ਉਸ ਸਮੇਂ ਜਿਸ ਤਰ੍ਹਾਂ ਸੀ, ਇਸਤਰੀਆਂ ਇੱਕ ਦੂਸਰੇ ਨੂੰ ਦੇਖ ਕੇ ਕਿ ਵੀ ਪਤੀ ਦੀ ਮੌਤ ਹੋਈ ਆ ਅਤੇ ਪਤੀ ਦੇ ਨਾਲ ਸੜ ਕੇ ਮਰਦੀਆਂ ਸੀ, ਜਿਹਨੂੰ ਸਤੀ ਦੀ ਪ੍ਰਥਾ ਕਹਿੰਦੇ ਸੀ। ਕੁਛ ਸਮਾਜ ਵੱਲੋਂ ਵੀ ਜਿਸ ਤਰ੍ਹਾਂ ਦਬਾਅ ਸੀ, ਕੁਛ ਆਪ ਵੀ ਜਿਸ ਤਰ੍ਹਾਂ ਇੱਦਾਂ ਹੈ ਸੀ। ਕਹਿੰਦੇ ਇਸ ਤਰ੍ਹਾਂ ਆਪਣੇ ਪਤੀ ਦੇ ਨਾਲ ਉਹਦੀ ਅਰਥੀ ਦੇ ਨਾਲ ਸੜ ਕੇ ਮਰ ਜਾਣ ਦੇ ਨਾਲ ਦੁਬਾਰਾ ਫੇਰ ਉਸ ਪਤੀ ਦੇ ਨਾਲ ਮਿਲਾਪ ਨਹੀਂ ਹੁੰਦਾ, ਸਗੋਂ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਉਸ ਇਸਤਰੀ ਨੂੰ ਅੱਗੇ ਅੱਗੇ ਜੂਨਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ। ਇਹ ਨਹੀਂ ਕਿ ਵੀ ਹੁਣ ਸਤੀ ਹੋ ਗਈ ਤਾਂ ਉਹ ਮਤਲਬ ਪਤੀ ਦੇ ਨਾਲ ਫਿਰ ਉਹਦਾ ਮਿਲਾਪ ਹੋ ਗਿਆ। ਸੀਲ ਸੰਜਮ ਪ੍ਰਿਯ ਆਗਿਆ ਮਾਨੈ, ਤਿਸ ਨਾਰੀ ਕੋ ਦੁਖ ਨਾ ਜਮਾਨੈ। ਕਹਿੰਦੇ ਜਦੋਂ ਕੋਈ ਇਸਤਰੀ ਆਪਣੇ ਪਤੀ ਦੀ ਆਗਿਆ ਵਿੱਚ ਰਹਿੰਦੀ ਆ, ਸੀਲ ਰੱਖਦੀ ਆ, ਸੰਜਮ ਰੱਖਦੀ ਆ, ਫਿਰ ਕਹਿੰਦੇ ਉਹਨੂੰ ਆਪਣੇ ਜੀਵਨ ਦੇ ਦੌਰਾਨ ਦੁੱਖ ਨਹੀਂ ਹੁੰਦਾ। ਕਹੁ ਨਾਨਕ ਜਿਨ ਪ੍ਰਿਯੋ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪਰਵਾਨਿਆ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ ਸਤੀ ਦੀ ਪ੍ਰਥਾ ਦੀ ਨਿੰਦਾ ਹੈ ਨਾ, ਥੋੜ੍ਹਾ ਉਸ ਵੱਲ ਇਸ਼ਾਰਾ ਕਰਦੇ ਨੇ ਕਿ ਜਿਸ ਤਰ੍ਹਾਂ ਕੋਈ ਪਤੀ ਦੀ ਅਰਥੀ ਨਾਲ ਕੋਈ ਇਸਤਰੀ ਸੜ ਕੇ ਮਤਲਬ ਸਤੀ ਹੁੰਦੀ ਆ, ਇਸ ਤਰ੍ਹਾਂ ਕਹਿੰਦੇ ਵੀ ਸਤੀ ਹੋਣਾ ਕਬੂਲ ਨਹੀਂ ਪੈਂਦਾ ਹੈਗਾ। ਇਸ ਦੀ ਬਜਾਏ ਜੇ ਕੋਈ ਇਸਤਰੀ ਆਪਣੇ ਪਤੀ ਦੇ ਆਗਿਆ 'ਚ ਰਹਿੰਦੀ ਆ ਅਤੇ ਉਹਨੂੰ ਪਤੀ ਪਰਮੇਸ਼ਰ ਮੰਨਦੀ ਆ, ਫਿਰ ਕਹਿੰਦੇ ਵੀ ਜਿਸ ਤਰ੍ਹਾਂ ਉਹਦੀ ਬਿਰਹਾ ਦੇ ਵਿੱਚ ਉਹਦੀ ਮਤਲਬ ਜੀਵਨ ਖਤਮ ਹੋ ਜਾਂਦਾ, ਇਸ ਤਰ੍ਹਾਂ ਦੀ ਸਤੀ ਦਾ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੀ ਆ, ਨਾ ਕਿ ਜੋ ਸਤੀ ਅਰਥੀ ਦੇ ਵਿੱਚ ਨਾਲ ਸੜ ਜਾਂਦੀ ਆ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਹਮ ਧਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵੋ ਸਹਿਜ ਸੁਭਾਏ ਰਹਾਓ। ਕਹਿੰਦੇ ਅਸੀਂ ਧਨਵੰਤ ਬਣ ਜਾਂਦੇ ਹਾਂ, ਅਸੀਂ ਭਾਗਾਂ ਵਾਲੇ ਬਣ ਜਾਂਦੇ ਹਾਂ ਜੇ ਅਸੀਂ ਹਰੀ ਦੇ ਨਾਮ ਜਪ ਕੇ ਪਰਮਾਤਮਾ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰਦੇ ਹਾਂ। ਕਹਿੰਦੇ ਹਰੀ ਦੇ ਗੁਣ ਗਾਉਣ ਦੇ ਨਾਲ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਜੋ ਵੀ ਕਹਿੰਦੇ ਬਾਣੀ ਗੁਰੂ ਸਾਹਿਬਾਨ ਨੇ ਲਿਖੀ ਆ, ਕਹਿੰਦੇ ਜਦੋਂ ਉਹ ਖਜ਼ਾਨਾ ਕਹਿੰਦੇ ਅਸੀਂ ਦੇਖਿਆ ਤਾਂ ਕਹਿੰਦੇ ਮੇਰੇ ਮਨ ਦੇ ਵਿੱਚ ਜਿਸ ਤਰ੍ਹਾਂ ਬੜਾ ਹੀ ਆਨੰਦ ਆ ਗਿਆ, ਜਿਸ ਤਰ੍ਹਾਂ ਕੋਈ ਆਨੰਦ ਦਾ ਖਜ਼ਾਨਾ ਕਹਿੰਦੇ ਮੈਨੂੰ ਮਿਲ ਗਿਆ। ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ। ਕਹਿੰਦੇ ਜਿਹੜੀ ਇਹ ਬਾਣੀ ਆ ਕਹਿੰਦੇ ਰਚੀ ਹੋਈ, ਇਹ ਬਾਣੀ ਕਹਿੰਦੇ ਇਹਦੇ ਵਿੱਚ ਇਸ ਤਰ੍ਹਾਂ ਦੇ ਰਤਨ ਲਾਲ ਨੇ ਕਹਿੰਦੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪੈ ਸਕਦਾ, ਅਤੇ ਇਹਨਾਂ ਰਤਨ ਲਾਲਾਂ ਦੇ ਭੰਡਾਰ ਭਰੇ ਪਏ ਨੇ। ਇਹ ਭੰਡਾਰ ਤੋਲੇ ਨਹੀਂ ਜਾ ਸਕਦੇ, ਐਡੇ ਖੁੱਲ੍ਹੇ ਭੰਡਾਰੇ ਨੇ, ਕਦੇ ਇਹ ਖਤਮ ਨਹੀਂ ਹੋਣੇ ਹੈਗੇ ਰਤਨ ਲਾਲਾਂ ਦੇ ਜੋ ਬਾਣੀ ਵਿੱਚ ਜੜੇ ਪਏ ਨੇ। ਖਾਵੈ ਖਰਚੈ ਰਲ ਮਿਲ ਪਾਈ, ਤੋਟ ਨ ਆਵੈ ਵੱਧ ਦੋ ਜਾਈ। ਕਹਿੰਦੇ ਜੇ ਗੁਰਬਾਣੀ ਆ ਕਹਿੰਦੇ ਇਹ ਖਜ਼ਾਨਿਆਂ ਨੂੰ ਆਪ ਵੀ ਵਰਤੋ ਅਤੇ ਦੂਜਿਆਂ ਦੇ ਨਾਲ ਵੀ ਵੰਡੋ ਬਾਣੀ ਨੂੰ, ਬਾਣੀ ਦੇ ਉਪਦੇਸ਼ ਨੂੰ ਵੰਡੋ। ਕਹਿੰਦੇ ਇਹਦੇ ਵਿੱਚ ਕਦੇ ਘਾਟਾ ਨਹੀਂ ਆਉਣਾ, ਇਹਦੇ ਭੰਡਾਰ ਵੱਧਦੇ ਹੀ ਜਾਣੇ ਨੇ, ਜਿੰਨਾ ਵਰਤੋਂਗੇ ਵੰਡੋਗੇ ਇਹ ਬਾਣੀ ਦੇ ਭੰਡਾਰੇ ਵੱਧਦੇ ਹੀ ਜਾਣੇ ਨੇ। ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆਰ ਲਾਏ। ਕਹਿੰਦੇ ਨਾਨਕ ਜੀ ਕਹਿੰਦੇ ਵੀ ਜਿਸ ਜੀਵ ਦੇ ਮੱਥੇ ਉੱਤੇ ਚੰਗੇ ਭਾਗ ਲਿਖੇ ਨੇ
ਉਹੀ ਸਤ ਸੰਗਤ ਦੇ ਵਿੱਚ ਇਹਨਾਂ ਖਜ਼ਾਨਿਆਂ ਦਾ ਭਾਗੀਦਾਰ ਬਣਦਾ, ਸਾਂਝੀਦਾਰ ਬਣਦਾ, ਗੁਰਬਾਣੀ 'ਤੇ ਚੱਲਦਾ, ਗੁਰਬਾਣੀ ਨੂੰ ਸੁਣਦਾ, ਗੁਰਬਾਣੀ ਨੂੰ ਸੁਣਾਉਂਦਾ। ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾਂ। ਡਰ ਡਰ ਮਰਤੇ ਜਬ ਜਾਨੀਐ ਦੂਰ, ਡਰ ਚੂਕਾ ਦੇਖਿਆ ਭਰਪੂਰ। ਕਹਿੰਦੇ ਜਦੋਂ ਤੱਕ ਜੀਵ ਨੂੰ ਪਤਾ ਨਹੀਂ ਹੁੰਦਾ ਕਿ ਪਰਮਾਤਮਾ ਮੇਰੇ ਅੰਗ ਸੰਗ ਆ, ਉਦੋਂ ਤੱਕ ਜੀਵ ਬਹੁਤ ਤਰ੍ਹਾਂ ਦੇ ਡਰਾਂ ਦੇ ਵਿੱਚ ਡੁੱਬਿਆ ਰਹਿੰਦਾ। ਪਰ ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਪਰਮਾਤਮਾ ਅੰਗ ਸੰਗ ਆ, ਹਰ ਇੱਕ ਜਗ੍ਹਾ 'ਤੇ ਆ, ਫਿਰ ਉਹਦਾ ਡਰ ਖਤਮ ਹੋ ਜਾਂਦਾ, ਕਿਉਂਕਿ ਵਾਹਿਗੁਰੂ ਸਹਾਇਤਾ ਲਈ ਹਰ ਜਗ੍ਹਾ 'ਤੇ ਸਹਾਈ ਆ। ਸਤਿਗੁਰ ਆਪਣੇ ਕਉ ਬਲਿਹਾਰੈ, ਛੋੜ ਨ ਜਾਈ ਸਰ ਪਰ ਤਾਰੈ। ਰਹਾਓ। ਕਹਿੰਦੇ ਮੈਂ ਆਪਣੇ ਸਤਿਗੁਰ ਤੋਂ ਬਲਿਹਾਰੇ ਜਾਂਦਾ ਹਾਂ। ਕਿਉਂ? ਕਹਿੰਦੇ ਸਤਿਗੁਰ ਜੀਵ ਨੂੰ ਇਸ ਸੰਸਾਰ ਸਾਗਰ ਤੋਂ ਤਾਰ ਦਿੰਦੇ ਨੇ, ਕਦੇ ਵੀ ਜੀਵ ਨੂੰ ਵਿਕਾਰਾਂ ਵਿੱਚ ਡੁੱਬਣ ਨਹੀਂ ਦਿੰਦੇ, ਵਿਕਾਰਾਂ ਵਿੱਚ ਡੁੱਬਣ ਤੋਂ ਬਚਾਉਂਦੇ ਨੇ, ਸ਼ਰਨ ਆਏ ਜੀਵ ਦੀ ਰੱਖਿਆ ਕਰਦੇ ਨੇ। ਦੁਖ ਰੋਗ ਸੋਗ ਬਿਸਰੈ ਜਬ ਨਾਮ, ਸਦਾ ਆਨੰਦ ਜਹਰ ਗੁਣ ਗਾਮ। ਕਹਿੰਦੇ ਜਦੋਂ ਜੀਵ ਨੂੰ ਪਰਮਾਤਮਾ ਦਾ ਨਾਮ ਬਿਸਰ ਜਾਂਦਾ, ਫਿਰ ਦੁੱਖ ਰੋਗ ਸੋਗ ਕਹਿੰਦੇ ਲੱਗਦੇ ਨੇ, ਪਰ ਜਦੋਂ ਹਰੀ ਦੇ ਗੁਣ ਗਾਉਂਦਾ ਰਹਿੰਦਾ, ਫਿਰ ਸਦਾ ਆਨੰਦ ਵਿੱਚ ਰਹਿੰਦਾ। ਬੁਰਾ ਭਲਾ ਕੋਈ ਨਾ ਕਹੀਜੈ, ਛੋੜ ਮਾਨ ਹਰ ਚਰਨ ਗਹੀਜੈ। ਕਹਿੰਦੇ ਕਿਸੇ ਨੂੰ ਵੀ ਚੰਗਾ ਮਾੜਾ ਨਾ ਕਹੋ, ਨਾ ਹੀ ਕਹਿੰਦੇ ਉਸਤਤ ਕਰਨੀ ਚੰਗੀ ਆ, ਨਾ ਹੀ ਨਿੰਦਾ ਕਰਨੀ ਚੰਗੀ ਆ। ਸਾਰਾ ਹੰਕਾਰ ਛੱਡ ਕੇ ਬਸ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਣਾ ਚਾਹੀਦਾ ਜੀਵ ਨੂੰ। ਕਹੁ ਨਾਨਕ ਗੁਰ ਮੰਤਰ ਚਿਤਾਰ, ਸੁਖ ਪਾਵੈ ਸਾਚੈ ਦਰਬਾਰ। ਨਾਨਕ ਜੀ ਕਹਿੰਦੇ ਨੇ, ਹੇ ਜੀਵ ਤੂੰ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਚੇਤੇ ਰੱਖ, ਫਿਰ ਤੂੰ ਸੱਚੇ ਦੇ ਦਰਬਾਰ ਵਿੱਚ ਸਦਾ ਸੁਖੀ ਰਹੇਗਾ। ਗੌੜੀ ਮਹੱਲਾ ਪੰਜਵਾਂ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਕਹਿੰਦੇ ਜਿਸ ਜੀਵ ਦਾ ਮਿੱਤਰ ਪਰਮਾਤਮਾ ਬਣ ਗਿਆ, ਉਸ ਜੀਵ ਨੂੰ ਦੱਸੋ ਕਹਿੰਦੇ ਕਿਸ ਚੀਜ਼ ਦੀ ਕਮੀ ਰਹਿ ਜਾਂਦੀ ਆ। ਜਿਹਨੇ ਪਰਮਾਤਮਾ ਨੂੰ ਮਿੱਤਰ ਬਣਾ ਲਿਆ, ਉਹਨੂੰ ਹੋਰ ਕੀ, ਉਹਨੂੰ ਕਿਸ ਚੀਜ਼ ਦੀ ਕਮੀ ਰਹਿ ਗਈ। ਕਹਿੰਦੇ ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਭ੍ਰਮ ਤਾਕਾ ਪਾਗੀ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਭ੍ਰਮ ਤਾਕਾ ਪਾਗੀ। ਰਹਾਓ। ਹਾਂਜੀ, ਕਹਿੰਦੇ ਜਿਸ ਜੀਵ ਦੀ ਪ੍ਰੀਤ ਉਸ ਪਰਮੇਸ਼ਰ ਨਾਲ ਲੱਗ ਗਈ ਆ, ਕਹਿੰਦੇ ਉਹਦੇ ਸਾਰੇ ਦੁੱਖ ਦਰਦ ਸਾਰੇ ਭਰਮ ਕਹਿੰਦੇ ਉਹਦੇ ਖਤਮ ਹੋ ਜਾਂਦੇ ਨੇ। ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਕਹਿੰਦੇ ਜਿਸ ਜੀਵ ਨੇ ਹਰੀ ਦੇ ਨਾਮ ਦਾ ਰਸ ਚੱਖ ਲਿਆ, ਕਹਿੰਦੇ ਉਹਨੂੰ ਹੋਰ ਦੁਨੀਆ ਦਾ ਕੋਈ ਵੀ ਰਸ ਚੰਗਾ ਨਹੀਂ ਲੱਗਦਾ। ਵਾਹਿਗੁਰੂ ਜੀ ਦੇ ਨਾਮ ਦਾ ਰਸ ਆ, ਉਹ ਸਰਬ ਸ੍ਰੇਸ਼ਟ ਰਸ ਆ।
ਉਹਨੂੰ ਫਿਰ ਸਾਰੇ ਰਸ ਦੁਨੀਆ ਦੇ ਫਿੱਕੇ ਲੱਗਦੇ ਨੇ। ਜਿਹਨੇ ਚੱਖ ਲਿਆ ਉਹ ਨਾਮ ਦਾ ਰਸ। ਜਾ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤੱਲੈ। ਕਹਿੰਦੇ ਜਿਸ ਜੀਵ ਦਾ ਬੋਲ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦਾ, ਕਹਿੰਦੇ ਉਹਨੂੰ ਦੱਸੋ ਭਲਾ ਕਿਸ ਦੀ ਮੁਥਾਜੀ ਰਹਿ ਗਈ। ਜਿਹਦਾ ਪਰਮਾਤਮਾ ਮਿੱਤਰ ਬਣ ਗਿਆ, ਜਿਹਦੀ ਪ੍ਰੀਤ ਗੋਬਿੰਦ ਨਾਲ ਲੱਗ ਗਈ, ਜਿਹਦਾ ਕਿਹਾ ਪਰਮਾਤਮਾ ਦੀ ਦਰਗਾਹ ਵਿੱਚ ਮਨਜ਼ੂਰ ਆ, ਕਹਿੰਦੇ ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ। ਜਾ ਕਾ ਸਭ ਕਿਛ ਤਾਕਾ ਹੋਏ, ਨਾਨਕ ਤਾਕੋ ਸਦਾ ਸੁਖ ਹੋਏ। ਜਾ ਕਾ ਸਭ ਕਿਛ ਤਾਕਾ ਹੋਏ, ਨਾਨਕ ਤਾਕੋ ਸਦਾ ਸੁਖ ਹੋਏ। ਕਹਿੰਦੇ ਉਹ ਪਰਮਾਤਮਾ ਜਿਹਦਾ ਸਭ ਕੁਛ ਆ, ਜੇ ਜੀਵ ਕਹਿੰਦੇ ਉਸ ਪਰਮਾਤਮਾ ਦਾ ਬਣ ਜਾਏ ਤਾਂ ਫਿਰ ਨਾਨਕ ਜੀ ਕਹਿੰਦੇ ਨੇ ਉਸ ਜੀਵ ਨੂੰ ਸਦਾ ਹੀ ਸੁੱਖ ਰਹਿੰਦਾ ਹੈ, ਸਦਾ ਹੀ ਆਨੰਦ ਰਹਿੰਦਾ ਹੈ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਜਾ ਕੈ ਦੁਖ ਸੁਖ ਸਮ ਕਰ ਜਾਪੈ, ਤਾਕੋ ਕਾੜਾ ਕਹਾ ਵਿਆਪੈ। ਜੋ ਜੀਵ ਕਹਿੰਦੇ ਵੀ ਪਰਮਾਤਮਾ ਦੀ ਰਜ਼ਾ ਨੂੰ ਮੰਨਦਾ, ਉਹਨੂੰ ਸੁੱਖ ਤੇ ਦੁੱਖ ਇੱਕ ਬਰਾਬਰ ਹੁੰਦੇ ਨੇ। ਫਿਰ ਕਹਿੰਦੇ ਉਹਨੂੰ ਕਿਸ ਚੀਜ਼ ਦੀ ਚਿੰਤਾ, ਉਹਨੂੰ ਕੋਈ ਚਿੰਤਾ ਨਹੀਂ ਰਹਿੰਦੀ। ਸਹਿਜ ਆਨੰਦ ਹਰ ਸਾਧੂ ਮਾਹੇ, ਆਗਿਆਕਾਰੀ ਹਰ ਹਰ ਰਾਏ ਰਹਾਓ। ਕਹਿੰਦੇ ਜੋ ਵਾਹਿਗੁਰੂ ਜੀ ਦੇ ਭਗਤ ਨੇ, ਕਹਿੰਦੇ ਉਹ ਵਾਹਿਗੁਰੂ ਜੀ ਦੇ ਆਗਿਆਕਾਰ ਹੁੰਦੇ ਨੇ, ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਦੇ ਨੇ, ਰਜ਼ਾ ਵਿੱਚ ਚੱਲਦੇ ਨੇ। ਕਹਿੰਦੇ ਉਹਨਾਂ ਦੇ ਕਹਿੰਦੇ ਹਿਰਦੇ ਦੇ ਵਿੱਚ ਹਮੇਸ਼ਾ ਹੀ ਆਨੰਦ ਰਹਿੰਦਾ, ਆਤਮਿਕ ਅਡੋਲਤਾ ਬਣੀ ਰਹਿੰਦੀ ਆ। ਜਾ ਕੈ ਅਚਿੰਤ ਵਸੈ ਮਨ ਆਏ, ਤਾਕੋ ਚਿੰਤਾ ਕਤਹੂ ਨਾਹੇ। ਕਹਿੰਦੇ ਜਿਸ ਜੀਵ ਦੇ ਵਿੱਚ, ਜਿਸ ਜੀਵ ਦੇ ਮਨ ਵਿੱਚ, ਜਿਸ ਜੀਵ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਿਵਾਸ ਹੋ ਗਿਆ, ਕਹਿੰਦੇ ਉਸ ਨੂੰ ਫਿਰ ਕਿਸੇ ਚੀਜ਼ ਦੀ ਚਿੰਤਾ ਨਹੀਂ ਰਹਿੰਦੀ। ਕਿ ਵਾਹਿਗੁਰੂ ਜੀ ਦਾ ਮਨ ਦੇ ਵਿੱਚ ਨਿਵਾਸ ਹੋ ਜਾਣਾ, ਵਾਹਿਗੁਰੂ ਜੀ ਨੂੰ ਅੰਗ ਸੰਗ ਅਨੁਭਵ ਕਰ ਲੈਣਾ, ਫਿਰ ਚਿੰਤਾ ਕਿਸ ਚੀਜ਼ ਦੀ। ਜਾ ਕੈ ਬਿਨਸਿਓ ਮਨ ਤੇ ਭਰਮਾ, ਤਾਕੈ ਕਛੂ ਨਾਹੀ ਡਰ ਜਮਾ। ਜਿਨ੍ਹਾਂ ਦੇ ਕਹਿੰਦੇ ਮਨ ਤੋਂ ਕਹਿੰਦੇ ਭਰਮ ਕਹਿੰਦੇ ਉੱਠ ਜਾਂਦਾ, ਉਹਨਾਂ ਨੂੰ ਫਿਰ ਕਹਿੰਦੇ ਜਮਾਂ ਦਾ ਡਰ ਨਹੀਂ ਰਹਿੰਦਾ। ਕਿਉਂਕਿ ਉਹਨਾਂ ਦੇ ਵਿਕਾਰ ਖਤਮ ਹੋ ਗਏ, ਤ੍ਰਿਸ਼ਨਾ ਖਤਮ ਹੋ ਗਈ, ਉਹਨਾਂ ਨੇ ਆਪੇ ਨੂੰ ਮਾਰ ਲਿਆ, ਉਹ ਵਾਹਿਗੁਰੂ ਜੀ ਨਾਲ ਇੱਕ ਮਿੱਕ ਹੋ ਗਏ, ਉਹਨਾਂ ਦੇ ਮਨ 'ਚ ਕੋਈ ਭਰਮ ਨਹੀਂ ਰਿਹਾ, ਫਿਰ ਜਮਾਂ ਦਾ ਡਰ ਕਾਹਦਾ। ਜਾ ਕੈ ਹਿਰਦੈ ਦਿਓ ਗੁਰਨਾਮਾ, ਕਹੋ ਨਾਨਕ ਤਾਕੈ ਸਗਲ ਨਿਧਾਨਾ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਹਿਰਦੇ ਵਿੱਚ ਗੁਰੂ ਨੇ ਪਰਮਾਤਮਾ ਦਾ ਨਾਮ ਦ੍ਰਿੜ ਕਰ ਦਿੱਤਾ, ਉਹਨੂੰ ਕਹਿੰਦੇ ਸਾਰੇ ਹੀ ਖਜ਼ਾਨੇ ਮਿਲ ਗਏ, ਸਾਰੇ ਹੀ ਖਜ਼ਾਨੇ ਉਹਦੀ ਝੋਲੀ ਵਿੱਚ ਪੈ ਗਏ ਨੇ। ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾਂ। ਅਗੰਮ ਰੂਪ ਕਾ ਮਨ ਮਹਿ ਥਾਨਾ, ਗੁਰ ਪ੍ਰਸਾਦ ਅਨਹਤ ਬਾਣੀ ਥਾਨ ਨਿਰਾਲਾ। ਵਾਹਿਗੁਰੂ ਜੀ ਵਾਹਿਗੁਰੂ ਜੀ। ਅਗੰਮ ਰੂਪ ਜਾ ਕਾ ਮਨ ਮਹਿ ਥਾਨਾ, ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ। ਕਹਿੰਦੇ ਜਿਸ ਜੀਵ ਦੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਿਵਾਸ ਹੋ ਗਿਆ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਹੀ ਵਿਰਲੇ ਜੀਵ ਨੇ ਇਸ ਭੇਦ ਨੂੰ ਸਮਝਿਆ। ਇਸ ਭੇਦ ਨੂੰ ਕਿਹੜੇ ਨੂੰ?
ਕਿ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਿਵਾਸ ਹੋ ਜਾਂਦਾ। ਇਹ ਭੇਦ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਕਿਸੇ ਜੀਵ ਨੂੰ ਪਤਾ ਲੱਗਿਆ ਕਿ ਹਿਰਦੇ ਰੂਪ ਵਿੱਚ, ਹਿਰਦੇ ਦੇ ਵਿੱਚ ਹੀ ਉਹ ਪਰਮਾਤਮਾ ਦਾ ਨਿਵਾਸ ਹੋ ਜਾਂਦਾ। सहज कथा के अमृत कुंटा जिसे प्रापत तिसलै पुंचा रहाओ। ਉਸ ਜੀਵ ਦੇ ਹਿਰਦੇ ਵਿੱਚ ਜਿਸ ਨੂੰ ਵਾਹਿਗੁਰੂ ਜੀ ਦੇ ਅੰਦਰ ਵਸਣ ਦਾ ਅਨੁਭਵ ਹੋ ਜਾਂਦਾ, ਉਹ ਫਿਰ ਕਹਿੰਦੇ ਸਹਿਜ ਕਥਾ ਦੇ, ਉਸ ਵਾਹਿਗੁਰੂ ਜੀ ਦੀ ਸਹਿਜ ਕਥਾ ਦੇ ਅੰਮ੍ਰਿਤ ਦੇ ਕੁੰਡ ਜਿੱਦਾਂ ਉਸ ਹਿਰਦੇ ਵਿੱਚ ਉਹਨੂੰ ਭਰੇ ਮਹਿਸੂਸ ਹੁੰਦੇ ਨੇ। ਪਰ ਕਹਿੰਦੇ ਇਹ ਪ੍ਰਾਪਤੀ ਉਸ ਜੀਵ ਨੂੰ ਹੀ ਹੁੰਦੀ ਹੈ, ਕਹਿੰਦੇ ਜਿਸ ਦੀ ਕਿਸਮਤ ਦੇ ਵਿੱਚ ਲਿਖਿਆ ਹੈ, ਜਿਸੈ ਪ੍ਰਾਪਤ ਤਿਸ ਲੈ ਪਹੁੰਚਾ। ਜਿਸ ਦੀ ਕਿਸਮਤ ਵਿੱਚ ਲਿਖਿਆ ਕਹਿੰਦੇ ਫਿਰ ਉਹੀ ਇਸ ਜਿਹੜੇ ਅੰਮ੍ਰਿਤ ਦੇ ਕੁੰਟ ਨੇ, ਫਿਰ ਕਹਿੰਦੇ ਉਹੀ ਇਹਨਾਂ ਦਾ ਆਨੰਦ ਮਾਣਦਾ। ਜਿਸ ਜੀਵ ਨੂੰ ਹਿਰਦੇ ਵਿੱਚ ਵਸਦੇ ਵਾਹਿਗੁਰੂ ਜੀ ਦਾ ਅਨੁਭਵ ਹੋ ਗਿਆ, ਵਾਹਿਗੁਰੂ ਜੀ ਦੀ ਅਕਥ ਕਥਾ ਦਾ ਭੇਦ ਗੁਰੂ ਨੇ ਖੋਲ੍ਹ ਦਿੱਤਾ, ਉਹਦੇ ਹਿਰਦੇ ਵਿੱਚ ਅੰਮ੍ਰਿਤ ਦੇ ਕੁੰਟ ਕਹਿੰਦੇ ਫਿਰ ਉਹ ਉਹਨਾਂ ਦਾ ਆਨੰਦ ਮਾਣਦਾ, ਜਿਹਦੀ ਕਿਸਮਤ ਵਿੱਚ ਇਹ ਪ੍ਰਾਪਤੀ ਲਿਖੀ ਹੋਈ ਆ। ਰਹਾਓ ਅਨਹਤ ਬਾਣੀ ਥਾਨ ਨਿਰਾਲਾ ਤਾਕੀ ਤੁਨ ਮੋਹੇ ਗੋਪਾਲਾ। ਕਹਿੰਦੇ ਜਿਸ ਜੀਵ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਿਵਾਸ ਹੋ ਗਿਆ, ਉੱਥੇ ਇੱਕ ਰਸ ਨਿਰੰਤਰ ਬਾਣੀ ਚੱਲ ਰਹੀ ਆ। ਕਹਿੰਦੇ ਉਹ ਕਹਿੰਦੇ ਬੜਾ ਹੀ ਨਿਰਾਲਾ ਥਾਨ ਬਣ ਗਿਆ ਉਸ ਜੀਵ ਦਾ ਹਿਰਦਾ। ਉਸ ਜੀਵ ਦੇ ਹਿਰਦੇ ਵਿੱਚ ਜਿਹੜੀ ਉਹ ਧੁਨੀ ਚੱਲਦੀ ਆ ਕਹਿੰਦੇ ਵਾਹਿਗੁਰੂ ਦੇ ਨਾਮ ਦੀ, ਉਹਦੇ ਨਾਲ ਪਰਮਾਤਮਾ ਦਾ ਮਨ ਮੋਹਿਆ ਜਾਂਦਾ। ਤਹ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ। ਕਹਿੰਦੇ ਇਸ ਤਰ੍ਹਾਂ ਜੋ ਪਾਰ ਬ੍ਰਹਮ ਵਾਹਿਗੁਰੂ ਜੀ ਦੇ ਕਹਿੰਦੇ ਸੰਤ ਨੇ, ਉਹ ਸੰਤਾਂ ਦਾ ਸੰਗ ਇਕੱਠਾ ਹੁੰਦਾ। ਕਹਿੰਦੇ ਉਹ ਇਸ ਤਰ੍ਹਾਂ ਸਹਿਜ ਦੇ ਬਹੁਤ ਅਖਾੜੇ ਲਾਉਂਦੇ ਨੇ ਜਿੱਥੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ। ਹਰਖ ਅਨੰਤ ਸੋਗ ਨਹੀਂ ਬੀਆ ਸੋ ਕਰ ਗੁਰ ਨਾਨਕ ਕੋ ਦੀਆ। ਹਾਂਜੀ, ਨਾਨਕ ਜੀ ਕਹਿੰਦੇ ਨੇ ਕਿ ਗੁਰੂ ਨੇ ਕਿਰਪਾ ਕਰਕੇ ਨਾਨਕ ਨੂੰ ਵੀ ਇਹੋ ਜਿਹਾ ਘਰ ਦੇ ਦਿੱਤਾ ਜਿੱਥੇ ਕੋਈ ਸੋਗ ਨਹੀਂ, ਜਿੱਥੇ ਕੋਈ ਗਮ ਨਹੀਂ। ਹਰਖ ਅਨੰਤ ਸੋਗ ਨਹੀਂ ਬੀਆ। ਕਹਿੰਦੇ ਖੁਸ਼ੀਆਂ ਹੀ ਖੁਸ਼ੀਆਂ ਨੇ ਉੱਥੇ, ਖੁਸ਼ੀ ਆਨੰਦ ਦਾ ਅੰਤ ਨਹੀਂ ਗਾ, ਪਰ ਬਿਲਕੁਲ ਵੀ ਕਹਿੰਦੇ ਉੱਥੇ ਕੋਈ ਗਮੀ ਨਹੀਂ ਗੀ, ਜਿਹੜਾ ਘਰ ਗੁਰੂ ਨੇ ਨਾਨਕ ਨੂੰ ਵੀ ਦੇ ਦਿੱਤਾ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਕਵਨ ਰੂਪ ਤੇਰਾ ਆਰਾਧੋ ਕਵਨ ਜੋਗ ਕਾਇਆ ਲੈ ਸਾਧੋ। ਫਿਰ ਪੰਚਮ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਜੀ ਤੇਰੇ ਅਨੇਕਾਂ ਹੀ ਰੂਪ ਨੇ, ਤੇਰੇ ਕਿਸ ਰੂਪ ਨੂੰ ਕਹਿੰਦੇ ਮੈਂ ਆਰਾਧਾਂ ਤੇ ਆਪਣੀ ਸਰੀਰ ਨੂੰ, ਸਰੀਰ ਰਾਹੀਂ ਕਿਸ ਤਰ੍ਹਾਂ ਦਾ ਯੋਗ ਕਰਾਂ ਕਿ ਤੇਰੀ ਮੈਂ ਆਰਾਧਨਾ ਕਰ ਸਕਾਂ। ਕਵਨ ਗੁਣ ਜੋ ਤੁਝ ਲੈ ਗਾਵੋ ਕਵਨ ਬੋਲ ਪਾਰ ਬ੍ਰਹਮ ਰਿਜਾਵੋ। ਰਹਾਓ ਕਹਿੰਦੇ ਵਾਹਿਗੁਰੂ ਜੀ ਤੇਰੇ ਇੰਨੇ ਗੁਣ ਨੇ, ਮੈਂ ਕਿਹੜੇ ਗੁਣਾਂ ਦਾ ਗਾਇਨ ਕਰਾਂ, ਕਿਹੜੇ ਬੋਲ ਬੋਲਾਂ ਵਾਹਿਗੁਰੂ ਜੀ ਜੋ ਤੁਸੀਂ ਮੇਰੇ ਤੇ ਪ੍ਰਸੰਨ ਹੋ ਜਾਵੋ। ਕਵਨ ਸੋ ਪੂਜਾ ਤੇਰੀ ਕਰੋ ਕਵਨ ਸੋ ਬਿਦ ਜਿਤ ਭਵ ਜਲ ਤਰੋ। ਕਹਿੰਦੇ ਹੇ ਪਰਮਾਤਮਾ ਜੀ ਮੈਂ ਤੇਰੀ ਕਿਵੇਂ ਦੀ ਪੂਜਾ ਕਰਾਂ ਕਿ ਮੈਂ ਇਸ ਸੰਸਾਰ ਦੇ ਭਵਜਲ ਤੋਂ ਤਰ ਜਾਵਾਂ। ਕਵਨ ਤਪ ਜਿਤ ਤਪੀਆ ਹੋਏ ਕਵਨ ਸੋ ਨਾਮ ਹਉ ਮੈਂ ਮਲ ਖੋਏ। ਕਹਿੰਦੇ ਉਹ ਕਿਸ ਤਰ੍ਹਾਂ ਦਾ ਤਾਪਾ ਕਰਾਂ ਜਿਹਦੇ ਨਾਲ ਮੈਨੂੰ ਤਪੀ ਮੰਨਿਆ ਜਾਏ ਕਿ ਇਹ ਤਪ ਕਰ ਰਿਹਾ। ਕਹਿੰਦੇ ਉਹ ਕਿਹੜਾ ਨਾਮ ਆ ਤੇਰਾ ਜੋ ਜਪਾਂ ਜਿਹਨੂੰ ਜਪ ਕੇ ਮੈਂ ਆਪਣੀ ਹਉਮੈ ਦੀ ਮੈਲ ਖਤਮ ਕਰ ਲਵਾਂ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਿਗੁਰ ਮਿਲੈ ਦਿਆਲ। ਨਾਨਕ ਜੀ ਕਹਿੰਦੇ ਨੇ ਸਾਰੇ ਤਰ੍ਹਾਂ ਦੇ ਗੁਣਾਂ ਦਾ ਗਾਇਨ, ਪੂਜਾ
ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ, ਵਾਹਿਗੁਰੂ ਜੀ ਦੇ ਗੁਣਾਂ ਦਾ ਗਿਆਨ, ਸਾਰੀ ਘਾਲ ਕਹਿੰਦੇ ਕੀਤੀ ਹੋਈ ਉਸ ਜੀਵ ਦੀ ਕਹਿੰਦੇ ਸਫਲ ਆ ਜਿਸ ਘਰ ਕਿਰਪਾ ਸਤਿਗੁਰ ਮਿਲੇ ਦਿਆਲ। ਜਿਸ ਨੂੰ ਕਹਿੰਦੇ ਗੁਰੂ ਕਿਰਪਾ ਕਰਕੇ ਦਿਆਲੂ ਹੋ ਕੇ ਮਿਲ ਲਏ, ਉਸ ਜੀਵ ਦੀ ਸਾਰੀ ਘਾਲ ਸਫਲ ਹੋ ਜਾਂਦੀ ਆ। ਤਿਸ ਹੀ ਗੁਣ ਤਿਨ ਹੀ ਪ੍ਰਭ ਜਾਤਾ, ਜਿਸ ਕੀ ਮਾਨ ਲੈ ਸੁਖ ਦਾਤਾ ਰਹਾਉ ਦੂਜਾ। ਤਿਸ ਹੀ ਗੁਣ ਤਿਨ ਹੀ ਪ੍ਰਭ ਜਾਤਾ, ਜਿਸ ਕੀ ਮਾਨ ਲੈ ਸੁਖ ਦਾਤਾ ਰਹਾਉ ਦੂਜਾ। ਕਹਿੰਦੇ ਸੁੱਖ ਦੇਣ ਵਾਲਾ ਦਾਤਾ ਪਰਮਾਤਮਾ ਜੀ ਜਿਸ ਜੀਵ ਦੀ ਅਰਦਾਸ ਸੁਣ ਲਵੇ, ਕਹਿੰਦੇ ਉਹਦੇ ਹੀ ਗਾਏ ਹੋਏ ਗੁਣ ਤੇ ਪ੍ਰਵਾਨ ਹੁੰਦੇ ਨੇ ਤੇ ਉਹਦੀ ਹੀ ਪਰਮਾਤਮਾ ਨਾਲ ਸਾਂਝ ਪੈਂਦੀ ਆ, ਪਰਮਾਤਮਾ ਨਾਲ ਜਾਣ ਪਹਿਚਾਣ ਹੁੰਦੀ ਆ। ਉਹ ਜੀਵ ਕਹਿੰਦੇ ਜਿਸ ਦੀ ਅਰਦਾਸ ਸੁੱਖ ਦੇਣ ਵਾਲਾ ਦਾਤਾ ਸੁਣ ਲਏ, ਮੰਨ ਲਏ, ਉਹਦੇ ਗਾਏ ਹੋਏ ਗੁਣ ਸਫਲ ਨੇ, ਉਹਦੀ ਵਾਹਿਗੁਰੂ ਜੀ ਦੇ ਨਾਲ ਜਾਣ ਪਹਿਚਾਣ ਹੋ ਜਾਂਦੀ ਆ, ਵਾਹਿਗੁਰੂ ਜੀ ਦੇ ਨਾਲ ਸਾਂਝ ਪੈ ਜਾਂਦੀ ਆ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ ਦਿਓ ਜੀ। ਸਾਧ ਸੰਗਤ ਬਖਸ਼ਣਯੋਗ ਹੈ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੇਕਾਂ ਗਲਤੀਆਂ ਇਸ ਬੱਚੀ ਦੀਆਂ ਬਖਸ਼ ਦਿਓ ਜੀ। ਅਣਜਾਣ ਨੂੰ ਸਮੱਤ ਦਿਓ ਅੱਗੇ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।